to stay shortcuts here study becomes easier। ਸੋ ਆਪਾਂ ਪਹੁੰਚ ਚੁੱਕੇ ਹਾਂ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਅਫੀਸ਼ੀਅਲ ਵੈਬਸਾਈਟ ਤੇ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਤੁਹਾਨੂੰ ਨੋਟੀਫਿਕੇਸ਼ਨਸ ਜਿਹੜੇ ਆਊਟ ਕਰ ਦਿੱਤੇ ਗਏ ਆ। ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਨਾਲ ਹੀ ਸਭ ਤੋਂ ਪਹਿਲਾਂ ਤਾਂ ਡਿਕਲੇਰੇਸ਼ਨ ਆਫ ਰਿਜ਼ਲਟ ਆਫ ਪੀਯੂ ਐਮਫਿਲ ਤੇ ਪੀਐਚਡੀ ਐਂਟਰੈਂਸ ਟੈਸਟ ਦਾ ਜੋ ਹੈ ਉਹ ਰਿਜ਼ਲਟ ਆਊਟ ਕੀਤਾ ਗਿਆ ਤੇ ਨਾਲ ਹੀ ਜਿਹੜੀਆਂ ਐਗਜ਼ਾਮਸ ਹੋਣੇ ਨੇ 24 ਜਨਵਰੀ 2022 ਤੋਂ ਜਿਹੜੇ ਵੀ ਐਗਜ਼ਾਮ ਸ਼ੁਰੂ ਹੋਣੇ ਨੇ ਉਹਨਾਂ ਸਾਰੇ ਐਗਜ਼ਾਮਸ ਦੇ ਰਿਲੇਟਡ ਇੰਸਟਰਕਸ਼ਨਸ ਜਿਹੜੀਆਂ ਨੇ ਆਊਟ ਕਰ ਦਿੱਤੀਆਂ ਗਈਆਂ ਨੇ ਫॉर ਰੈਗੂਲਰ ਸਟੂਡੈਂਟਸ, ਨਾਲ ਹੀ ਫॉर ਯੂਐਸਓ ਪ੍ਰਾਈਵੇਟ ਰੀਪੇਅਰ ਡੈਫੀਸ਼ੀਐਂਟ ਐਂਡ ਐਡੀਸ਼ਨਲ ਸਬਜੈਕਟ ਦੇ ਸਟੂਡੈਂਟਸ ਦੇ ਲਈ ਵੀ ਤੇ ਨਾਲ ਹੀ ਜਿਹੜੀ ਤੁਹਾਡੀ ਆਨਸਰ ਸ਼ੀਟ ਹੋਏਗੀ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਯਾਨੀ ਕਿ ਉਹਨਾਂ ਦਾ ਇੱਕ ਸਪੈਸੀਮਨ ਕਾਪੀ ਜਿਹੜੀ ਹੈ ਗ੍ਰੈਜੂਏਸ਼ਨ ਕੋਰਸਿਸ ਦੇ ਲਈ 20 ਪੇਜਾਂ ਦੀ ਤੇ ਪੀਜੀ ਕੋਰਸਿਸ ਦੇ ਲਈ 24 ਪੇਜਾਂ ਦੀ ਉਹ ਜਿਹੜੀ ਹੈ ਉਹਨਾਂ ਨੇ ਇੱਥੇ ਅਪਲੋਡ ਕਰ ਦਿੱਤੀ ਹੈ। ਸੋ ਇੱਕ ਇੱਕ ਕਰਕੇ ਤੁਹਾਨੂੰ ਸ਼ੋ ਕਰਦਾ ਜੀ। ਸਭ ਤੋਂ ਪਹਿਲਾਂ ਆਪਾਂ ਇੰਸਟਰਕਸ਼ਨਸ ਦੀ ਗੱਲ ਕਰ ਲੈਂਦੇ ਹਾਂ। ਹਾਂਜੀ, ਇਹ ਜਿਹੜੀਆਂ ਇੰਸਟਰਕਸ਼ਨਸ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਲਿਖਿਆ ਕਿ ਐਗਜ਼ਾਮ ਜਿਹੜੇ ਤੁਹਾਡੇ 24 ਜਨਵਰੀ 2022 ਤੋਂ ਸ਼ੁਰੂ ਹੋਣੇ ਹੈ। ਆਨਲਾਈਨ ਮੋਡ ਦੇ ਵਿੱਚ ਇਹ ਐਗਜ਼ਾਮ ਹੋਣਗੇ ਤੇ ਨਾਲ ਹੀ ਉਹਨਾਂ ਨੇ ਲਿਖਿਆ ਹੈ ਆਨਲਾਈਨ ਮੋਡ ਫॉर द स्टूडेंट हैव ऑलरेडी फिल्ड देयर एग्जामिनेशन फॉर्म फॉर द सेशन दिसंबर 2021। एग्जामिनेशन फॉर इंप्रूवमेंट ऑफ परफॉर्मेंस विल बी हेल्ड लेटर ऑन इन एन ऑफलाइन मोड एंड डेट ऑफ एग्जामिनेशन विल बी इनफॉर्मड इन ड्यू कोर्स। ਤਾਂ ਉਹਨਾਂ ਨੇ ਦੱਸ ਦਿੱਤਾ ਜੀ ਹੁਣ ਜਿਹੜੇ ਐਗਜ਼ਾਮਸ ਹੋਣਗੇ ਉਹ ਸਾਰੇ ਐਗਜ਼ਾਮਸ ਜਿਹੜੇ ਨੇ ਉਹ ਆਨਲਾਈਨ ਮੋਡ ਨਾਲ ਹੋ ਰਹੇ ਨੇ, ਲੇਕਿਨ ਜਿਹੜੇ ਇੰਪਰੂਵਮੈਂਟ ਦੇ ਐਗਜ਼ਾਮਸ ਹੋਣ ਵਾਲੇ ਹਨ ਥੋੜ੍ਹੀ ਦੇਰ ਤੋਂ ਬਾਅਦ ਜਿਹੜੇ ਇੰਪਰੂਵਮੈਂਟ ਐਗਜ਼ਾਮਸ ਹੋਣਗੇ ਉਹ ਆਫਲਾਈਨ ਮੋਡ ਦੇ ਵਿੱਚ ਲਏ ਜਾਣਗੇ ਤੇ ਉਹਨਾਂ ਦੀ ਡੇਟ ਹਲੇ ਅਨਾਊਂਸ ਨਹੀਂ ਕੀਤੀ, ਉਹ ਜਲਦੀ ਅਨਾਊਂਸ ਕਰ ਦਿੱਤੀ ਜਾਏਗੀ। ਫਿਲਹਾਲ ਜਿਹੜੇ ਐਗਜ਼ਾਮਸ ਹੋ ਰਹੇ ਆ ਉਹ ਹੋ ਰਹੇ ਜੀ 1st 3rd 5th 7th ਤੇ 9th ਸਮੈਸਟਰ ਦੇ। ਬਾਕੀ ਜਿਨ੍ਹਾਂ ਦੀ ਡੇਟ ਸ਼ੀਟ ਆ ਚੁੱਕੀ ਹੈ ਜੀ ਤੁਸੀਂ ਆਪਣੀ ਡੇਟ ਸ਼ੀਟ ਜਿਹੜੀ ਆ ਉਹ ਚੈੱਕ ਕਰ ਸਕਦੇ ਹੋ ਅਫੀਸ਼ੀਅਲ ਵੈਬਸਾਈਟ ਤੇ। ਐਡਮਿਟ ਕਾਰਡਸ ਜਿਹੜੇ ਆ ਤੁਹਾਨੂੰ ਆਪਣੀ ਅਫੀਸ਼ੀਅਲ ਵੈਬਸਾਈਟ ਤੋਂ ਹੀ ਮਿਲਣਗੇ। ਅਗਰ ਰੈਗੂਲਰ ਸਟੂਡੈਂਟਸ ਹੋ ਤਾਂ ਤੁਹਾਨੂੰ ਆਪਣੇ ਕਾਲਜ ਡਿਪਾਰਟਮੈਂਟ ਤੋਂ ਮਿਲ ਜਾਣਗੇ। ਡੇਟ ਸ਼ੀਟ ਤੁਸੀਂ ਕਿੱਥੋਂ ਡਾਊਨਲੋਡ ਕਰਨੀਆਂ ਨੇ? ਫਿਲਹਾਲ ਜੋ ਆਪਾਂ ਇੰਸਟਰਕਸ਼ਨਸ ਓਪਨ ਕੀਤੀਆਂ ਨੇ ਰੈਗੂਲਰ ਸਟੂਡੈਂਟਸ ਵਾਲੀ ਓਪਨ ਕੀਤੀਆਂ ਨੇ। ਡੇਟ ਸ਼ੀਟ ਦੇ ਲਈ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ। ਆਲਰੇਡੀ ਇਹਨਾਂ ਨੇ ਵੈਬਸਾਈਟ ਇੱਥੇ ਸ਼ੋ ਕੀਤੀ ਹੋਈ ਹੈ। ਇਸ ਵੈਬਸਾਈਟ ਤੇ ਤੁਸੀਂ ਜਾ ਕੇ ਆਪਣੀ ਡੇਟ ਸ਼ੀਟ ਜਿਹੜੀ ਆ ਚੈੱਕ ਕਰ ਸਕਦੇ ਹੋ। ਨੋਟਿਸ ਅਗਰ ਤੁਸੀਂ ਚੈੱਕ ਕਰਨੇ ਆ ਕਿਉਂਕਿ ਡੇ ਬਾਏ ਡੇ ਜਿਹੜੇ ਇਸ ਦੇ ਰਿਗਾਰਡਿੰਗ ਨੋਟਿਸ ਆਉਂਦੇ ਰਹਿੰਦੇ ਆ ਐਗਜ਼ਾਮ ਦੇ ਰਿਗਾਰਡਿੰਗ, ਤਾਂ ਉੱਥੇ ਵੀ ਆ ਸਾਈਟ ਜਿਹੜੀ ਇੱਥੇ ਸ਼ੋ ਦਿੱਤੀ ਹੋਈ ਹੈ। ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੀ ਹੈ। ਇੱਥੇ ਜਾ ਕੇ ਤੁਸੀਂ ਆਪਣੇ ਨੋਟਿਸ ਜਿਹੜੇ ਆ ਡੇ ਬਾਏ ਡੇ ਚੈੱਕ ਕਰ ਸਕਦੇ ਹੋ। ਡੇਟ ਸ਼ੀਟ ਤੁਹਾਨੂੰ ਆਪਣੀ ਕਿੱਥੋਂ ਦੇਖਣੀ ਹੈ ਉਹ ਇੱਥੇ ਇਹਨਾਂ ਨੇ ਦਿੱਤੀ ਹੋਈ ਹੈ, ਯਾਨੀ ਕਿ ਪੀਯੂ ਦੀ ਆਫੀਸ਼ੀਅਲ ਵੈਬਸਾਈਟ। टाइम स्लॉट की रहने वाला है दो टाइमिंग ਦੇ ਵਿੱਚ यानी कि मॉर्निंग और इवनिंग एग्जाम रहने वाले हैं। मॉर्निंग स्लॉट रहेगा जी 9:30 ਤੋਂ 12:30 ਵਜੇ ਦਾ ਤੇ 1:30 ਤੋਂ 4:30 ਵਜੇ ਤੱਕ ਦਾ ਜਿਹੜਾ ਤੁਹਾਡਾ ਉਹ ਇੱਥੇ ਇਵਨਿੰਗ ਸਲॉट ਜਿਹੜਾ ਰਹੇਗਾ। ਕੁਐਸਚਨ ਪੇਪਰ ਜਿਹੜੇ ਡਾਊਨਲੋਡ ਤੁਸੀਂ ਕਿੱਥੋਂ ਕਰਨੇ ਆ? ਦੇਖੋ ਕੁਐਸਚਨ ਪੇਪਰ ਵਿਲ ਬੀ ਅਵੇਲੇਬਲ ਔਨ ਆਨਲਾਈਨ puexam.in ਤੋਂ ਆ ਜਿਹੜੀ ਇੱਥੇ ਵੈਬਸਾਈਟ ਇਹਨਾਂ ਨੇ ਸ਼ੋ ਕੀਤੀ ਹੋਈ ਹੈ। ਇੱਥੇ ਤੁਸੀਂ ਜਾ ਕੇ ਦੇਖੋ online.puexam.in ਇੱਥੇ ਜਾ ਕੇ ਤੁਸੀਂ ਆਪਣੇ ਕੁਐਸਚਨ ਪੇਪਰ ਜਿਹੜੇ ਡਾਊਨਲੋਡ ਕਰਨੇ ਆ। ਅਕਸਰ ਕੁਐਸਚਨ ਪੇਪਰ ਡਾਊਨਲੋਡ ਕਰਨ ਨੂੰ ਹੀ ਆਉਂਦਾ ਕਿ ਮੈਮ ਕਿੱਥੇ ਜਾ ਕੇ ਅਸੀਂ ਆਪਣਾ ਕੁਐਸਚਨ ਪੇਪਰ ਦੇਖ ਸਕਦੇ ਹਾਂ। ਸੋ ਇੱਥੇ ਜਾ ਕੇ ਤੁਸੀਂ ਕਰ ਲੈਣਾ। ਕੋਈ ਇੱਥੇ ਕੋਈ ਤੁਹਾਨੂੰ ਲੌਗਇਨ ਵਗੈਰਾ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਜਿਵੇਂ ਹੀ ਇੱਥੇ ਕਲਿੱਕ ਕਰੋਗੇ ਸਾਈਟ ਤੇ ਜਾਓਗੇ ਤਾਂ ਉਸ ਸਾਈਟ ਤੇ ਜਾ ਕੇ ਤੁਹਾਨੂੰ ਸਿੱਧਾ ਆਪਣੇ ਐਗਜ਼ਾਮ ਵਾਲੇ ਦਿਨ ਕੁਐਸਚਨ ਪੇਪਰ ਮਿਲ ਜਾਏਗਾ। ਡਾਊਨਲੋਡਿੰਗ ਦਾ ਕੁਐਸਚਨ ਪੇਪਰ ਜਿਹੜਾ ਹੈ ਯਾਨੀ ਕਿ ਕੁਐਸਚਨ ਪੇਪਰ ਨੂੰ ਡਾਊਨਲੋਡ ਕਰਨਾ ਇਹ ਕੈਂਡੀਡੇਟ ਦੀ ਆਪਣੀ ਸਟੂਡੈਂਟ ਦੀ ਆਪਣੀ ਜਿਹੜੀ ਜ਼ਿੰਮੇਵਾਰੀ ਹੈ। ਤੁਹਾਨੂੰ ਕੋਈ ਪੇਪਰ ਜਿਹੜਾ ਕੁਐਸਚਨ ਪੇਪਰ ਹੈ ਤੁਹਾਡੇ ਕਿਤੇ ਵੀ ਮੇਲ ਵਗੈਰਾ 'ਚ ਸੈਂਡ ਨਹੀਂ ਕੀਤਾ ਜਾਊਗਾ। ਤੁਸੀਂ ਇਸ ਸਾਈਟ 'ਤੇ ਜਾ ਕੇ ਆਪਣੇ ਐਗਜ਼ਾਮ ਵਾਲੇ ਦਿਨ ਕੁਐਸਚਨ ਪੇਪਰ ਖੁਦ ਡਾਊਨਲੋਡ ਕਰਨਾ ਹੈ। ਦੇਖੋ ਟਾਈਮ ਸਲੋਟਸ ਜਿਹੜਾ ਉਹਨਾਂ ਨੇ ਇਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਜੀ। ਇਹਨਾਂ ਦਾ ਸਵੇਰ ਐਗਜ਼ਾਮ ਹੋਏਗਾ 9:30 ਤੋਂ 12:30 ਵਜੇ ਤੱਕ। ਉਹ 9:10 ਤੇ ਆਪਣਾ ਕੁਐਸਚਨ ਪੇਪਰ ਡਾਊਨਲੋਡ ਕਰ ਸਕਦੇ ਆ ਤੇ 12:30 ਵਜੇ ਉਹ ਕੁਐਸਚਨ ਪੇਪਰ ਉਸ ਸਾਈਟ ਤੋਂ ਚੱਕ ਦਿੱਤਾ ਜਾਊਗਾ ਯਾਨੀ ਕਿ ਡੀਐਕਟੀਵੇਟ ਕਰ ਦਿੱਤਾ ਜਾਊਗਾ। ਤੇ ਜਿਨ੍ਹਾਂ ਦਾ ਸ਼ਾਮ ਨੂੰ ਪੇਪਰ ਹੋਣਾ ਹੈ 1:30 ਤੋਂ 4:30 ਵਜੇ ਉਹ 1:10 ਤੇ ਆਪਣਾ ਕੁਐਸਚਨ ਪੇਪਰ ਡਾਊਨਲੋਡ ਕਰ ਸਕਦੇ ਆ ਤੇ 4:30 ਵਜੇ ਉਹਨਾਂ ਦਾ ਕੁਐਸਚਨ ਪੇਪਰ ਉੱਥੋਂ ਚੱਕ ਦਿੱਤਾ ਜਾਏਗਾ। ਅਟੈਂਪਟਿੰਗ ਦਾ ਕੁਐਸਚਨ ਪੇਪਰ ਕਿਸ ਤਰ੍ਹਾਂ ਅਟੈਂਪਟ ਕਰਨੇ ਆ? ਕੋਈ ਐਕਸਟਰਾ ਅਲੱਗ ਇੰਸਟਰਕਸ਼ਨ ਨਹੀਂ ਹੈਗੀਆਂ। ਜੋ ਇੰਸਟਰਕਸ਼ਨਸ ਤੁਹਾਡੇ ਕੁਐਸਚਨ ਪੇਪਰ ਦੇ ਉੱਪਰ ਮੈਂਸ਼ਨ ਹੋਣਗੀਆਂ ਤੁਸੀਂ ਉਸੇ ਇੰਸਟਰਕਸ਼ਨਸ ਨੂੰ ਫੋਲੋ ਕਰਦੇ ਹੋਏ ਆਪਣਾ ਐਗਜ਼ਾਮ ਜਿਹੜਾ ਉਹ ਕਰਨਾ ਹੈ। ਬਹੁਤ ਪਹਿਲਾਂ ਜਦੋਂ ਪਹਿਲੀ ਵਾਰ ਇਹ ਆਨਲਾਈਨ ਸਿਸਟਮ ਐਗਜ਼ਾਮ ਲੈਣ ਦਾ ਸ਼ੁਰੂ ਹੋਇਆ ਸੀ ਉਦੋਂ 50% ਵਾਲਾ ਜਿਹੜਾ ਉਹ ਚਲਾਇਆ ਗਿਆ ਸੀ ਕਿ 50% ਕੁਐਸਚਨ ਜਿਹੜੇ ਆ ਉਹ ਕਰਨੇ ਆ, ਬਟ ਹੁਣ ਇੱਦਾਂ ਦਾ ਕੁਛ ਵੀ ਨਹੀਂ ਹੈ। ਹੁਣ ਤੁਹਾਨੂੰ ਐਗਜ਼ਾਮ ਦੇ ਵਿੱਚ ਕਿੰਨੇ ਕੁਐਸਚਨ ਕਰਨੇ ਆ, ਇੱਕ ਕੁਐਸਚਨ ਕਿੰਨੇ ਨੰਬਰ ਦਾ ਹੋਏਗਾ, ਆਲਟਰਨੇਟਿਵ ਚੋਇਸ ਵਾਲੇ ਕੁਐਸਚਨ ਹੁੰਦੇ ਆ, ਤਾਂ ਸਾਰੀਆਂ ਇੰਸਟਰਕਸ਼ਨ ਤੁਹਾਡੇ ਕੁਐਸਚਨ ਪੇਪਰ ਦੇ ਉੱਪਰ ਹੀ ਹੋਣਗੀਆਂ। ਕੋਈ ਐਕਸਟਰਾ ਇੰਸਟਰਕਸ਼ਨ ਇਹਦੇ ਰਿਗਾਰਡਿੰਗ ਨਹੀਂ ਹੈ। ਜੋ ਜਿਸ ਤਰ੍ਹਾਂ ਕੁਐਸਚਨ ਪੇਪਰ ਦੇ ਉੱਪਰ ਲਿਖਿਆ ਹੋਇਆ ਤੁਹਾਨੂੰ ਉਸ ਤਰ੍ਹਾਂ ਹੀ ਉਸਨੂੰ ਸੋਲਵ ਕਰਨਾ ਹੈ। ਡਿਊਰੇਸ਼ਨ ਆਫ ਦਾ ਪੇਪਰ ਵੀ ਤੁਹਾਡਾ ਕੁਐਸਚਨ ਪੇਪਰ ਦੇ ਉੱਪਰ ਹੀ ਲਿਖਿਆ ਹੋਏਗਾ, ਉਨੇ ਹੀ ਘੰਟੇ ਦਾ ਤੁਹਾਡਾ ਪੇਪਰ ਹੋਏਗਾ। ਨੰਬਰ ਆਫ ਕੁਐਸਚਨ ਜਿਹੜੇ ਅਟੈਂਪਟ ਕਰਨੇ ਆ ਉਹ ਵੀ ਉਸ ਦੇ ਅਕੋਰਡਿੰਗ ਹੀ ਕਰਨੇ ਆ ਜੋ ਕੁਐਸਚਨ ਪੇਪਰ ਦੇ ਉੱਪਰ ਲਿਖੇ ਹੋਣਗੇ। ਤੇ ਪੈਨ ਜਿਹੜਾ ਤੁਸੀਂ ਯੂਜ਼ ਕਰਨਾ ਹੈ ਬਲੂ ਬੋਲ ਪੁਆਇੰਟ ਪੈਨ ਜਿਹੜਾ ਤੁਸੀਂ ਆਪਣਾ ਯੂਜ਼ ਕਰ ਸਕਦੇ ਹੋ। ਔਰ ਅਗਰ ਆਪਾਂ ਯੂਜੀ ਯਾਨੀ ਕਿ ਗ੍ਰੈਜੂਏਟ ਜਿਹੜੇ ਗ੍ਰੈਜੂਏਸ਼ਨ ਦੇ ਸਟੂਡੈਂਟਸ ਆ ਉਹਨਾਂ ਦੀ ਗੱਲ ਕਰ ਲਈਏ ਤਾਂ 20 A4 ਸਾਈਜ਼ ਸ਼ੀਟਸ ਜਿਹੜੇ ਯੂਜ਼ ਕਰਨਗੇ ਤੇ ਜਿਹੜੇ ਵੀ ਪੋਸਟ ਗ੍ਰੈਜੂਏਸ਼ਨ MA MSc ਵਾਲੇ ਸਟੂਡੈਂਟਸ ਹੁੰਦੇ ਆ ਉਹ 24 A4 ਸਾਈਜ਼ ਸ਼ੀਟਸ ਨੂੰ ਯੂਜ਼ ਕਰਨਗੇ। ਵਨ ਸਾਈਡ ਸ਼ੀਟ ਹੋਣੀ ਚਾਹੀਦੀ ਹੈ ਯਾਨੀ ਕਿ ਇੱਕ ਪਾਸੇ ਹੀ ਲਿਖਿਆ ਹੋਵੇ, ਸ਼ੀਟ ਦੇ ਦੋਨੋਂ ਪਾਸੇ ਨਹੀਂ ਲਿਖਣਾ ਤੇ ਇੱਕ ਪਾਸੇ ਜਿਹੜਾ ਤੁਸੀਂ ਉਹ ਲਿਖਣਾ ਹੈ। ਸ਼ੀਟ ਕੋਈ ਵੀ ਤੁਸੀਂ ਲੈ ਸਕਦੇ ਹੋ, ਲਾਈਨਿੰਗ ਵਾਲੀ ਵੀ ਲੈ ਸਕਦੇ ਹੋ, ਵਿਦਆਊਟ ਲਾਈਨਿੰਗ ਵੀ ਲੈ ਸਕਦੇ ਹੋ, ਤੁਹਾਡੀ ਆਪਣੀ ਈਜ਼ ਤੇ ਹੈਗਾ। ਬਾਕੀ ਇਹਨਾਂ ਨੇ ਸਪੈਸੀਮਨ ਦਿੱਤਾ ਹੀ ਹੈ, ਤੁਸੀਂ ਉਹੀ ਸਪੈਸੀਮਨ ਨੂੰ ਜਿਹੜਾ ਪ੍ਰਿੰਟ ਆਊਟ ਨਿਕਲਵਾ ਸਕਦੇ ਹੋ।
ਇਸ ਤੋਂ ਬਾਅਦ ਤੁਸੀਂ ਉਹਨਾਂ ਨੇ ਦੇਖੋ ਲਿਖਿਆ ਹੋਇਆ ਕਿ ਕੈਂਡੀਡੇਟਸ ਆਰ ਐਡਵਾਈਜ਼ ਟੂ ਰਾਈਟ देयर ਆਂਸਰ ਪ੍ਰੀਸਾਈਜ਼ਲੀ ਐਂਡ ਅਟੈਂਪਟ ਦ ਕੁਐਸਚਨ ਪੇਪਰ ਨੋਟ ਐਕਸੀਡਿੰਗ ਦੀ ਪੇਜ ਲਿਮਿਟ। ਸੋ ਤੁਸੀਂ ਅਗਰ 20 ਤੋਂ ਜ਼ਿਆਦਾ ਪੇਜਾਂ ਦੀ ਜਿਹੜੀ ਹੈ ਕਰ ਦੋਗੇ ਤਾਂ ਉਹ ਜਿਹੜੇ ਕੰਸੀਡਰ ਨਹੀਂ ਹੋਣਗੇ। ਸੋ 20 ਪੇਜ ਉਹਨਾਂ ਨੇ ਲਿਖਿਆ ਤਾਂ ਤੁਸੀਂ 20 ਪੇਜਾਂ ਦੇ ਵਿੱਚ ਹੀ ਆਪਣਾ ਸਾਰਾ ਪੇਪਰ ਜਿਹੜਾ ਸੋਲਵ ਕਰਨਾ ਹੈ। ਹਾਂਜੀ, ਹੁਣ ਆ ਜਾਂਦੀ ਹੈ ਸਭ ਤੋਂ ਮੇਨ ਵੱਡੀ ਗੱਲ ਕਿ ਸਬਮਿਟ ਕਿੱਥੇ ਕਰਨਾ ਹੈ ਤੁਸੀਂ ਆਪਣਾ ਕੁਐਸਚਨ ਪੇਪਰ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਜੀ ਇਹਦੇ ਵਿੱਚ ਰੈਗੂਲਰ ਸਟੂਡੈਂਟਸ ਦੀ, ਕਿਉਂਕਿ ਇੰਸਟਰਕਸ਼ਨ ਰੈਗੂਲਰ ਸਟੂਡੈਂਟਸ ਵੱਲ ਹੈ। Submission of the answer sheet by students of colleges, university department and regional centers appearing in the both morning and evening slots। ਦੋਨਾਂ ਦੇ ਲਈ ਹੈ। ਕਿਵੇਂ ਹੈ? The students of college, university department, regional centers will submit the answer sheet online only by mailing the same to the email ID। ਤੁਹਾਨੂੰ ਆਪਣੇ ਕਾਲਜ ਤੋਂ, ਤੁਹਾਨੂੰ ਆਪਣੇ ਡਿਪਾਰਟਮੈਂਟ ਤੋਂ ਇੱਕ ਈਮੇਲ ਆਈਡੀ ਪ੍ਰੋਵਾਈਡ ਕੀਤੀ ਜਾਏਗੀ। ਉਸ ਈਮੇਲ ਆਈਡੀ ਤੇ ਹੀ ਤੁਸੀਂ ਆਪਣਾ ਕੁਐਸਚਨ ਪੇਪਰ ਜਿਹੜਾ ਉਹ ਸਬਮਿਟ ਕਰਵਾਉਣਾ ਹੈ। ਮੇਲ ਕਰ ਦੇਣਾ, ਉੱਥੇ ਸਕੈਨ ਕਰਕੇ PDF ਬਣਾ ਕੇ ਉਹਨਾਂ ਨੂੰ ਉੱਥੇ ਮੇਲ ਕਰ ਦੇਣਾ ਹੈ। ਕਦੋਂ ਤੱਕ ਕਰ ਸਕਦੇ ਹੋ? ਜਦੋਂ ਹੀ ਤੁਹਾਡਾ ਟਾਈਮ ਪੇਪਰ ਖਤਮ ਹੋਣ ਦਾ ਜੋ ਟਾਈਮ ਹੁੰਦਾ ਹੈ ਉਸ ਤੋਂ ਅਗਲੇ ਵਿਦਿਨ 60 ਮਿੰਟਸ ਤੁਸੀਂ, ਯਾਨੀ ਕਿ 1 ਘੰਟੇ ਦੇ ਅੰਦਰ ਅੰਦਰ ਤੁਸੀਂ ਆਪਣਾ ਪੇਪਰ ਜਿਹੜਾ ਉਹ ਸਬਮਿਟ ਕਰ ਦੇਣਾ। ਜਿਵੇਂ ਤੁਹਾਡਾ ਪੇਪਰ ਅਗਰ 12:30 ਖਤਮ ਹੁੰਦਾ ਤਾਂ 1:30 ਵਜੇ ਤੱਕ ਤੁਸੀਂ ਆਪਣਾ ਪੇਪਰ ਜਿਹੜਾ ਸਬਮਿਟ ਕਰ ਦੇਣਾ। ਸਟੂਡੈਂਟਸ ਆਰ ਰਿਕੁਆਇਰਡ ਟੂ ਮੇਕ ਅ ਸਿੰਗਲ PDF ਆਫ देयर ਆਂਸਰ ਸ਼ੀਟ ਐਂਡ ਮੇਲ ਦਾ ਸੇਮ ਟੂ देयर ਓਨ ਈਮੇਲ ਆਈਡੀ ਆਲਸੋ। ਤਾਂ ਤੁਸੀਂ ਇੱਕ ਸਿੰਗਲ PDF ਬਣਾਉਣੀ ਹੈ 20 ਪੇਜਾਂ ਦੀ ਜਾਂ 24 ਪੇਜਾਂ ਦੀ। ਜਿਹੜੀ ਵੀ ਈਮੇਲ ਤੁਹਾਡੇ ਕਾਲਜ ਨੇ ਤੁਹਾਨੂੰ ਦਿੱਤੀ ਹੋਏਗੀ ਉਸ ਈਮੇਲ ਆਈਡੀ ਤੇ ਤੁਸੀਂ ਸੈਂਡ ਕਰਨੀ ਹੈ। ਤੇ ਜਿਸ ਈਮੇਲ ਆਈਡੀ ਤੋਂ ਤੁਸੀਂ ਕੁਐਸਚਨ ਪੇਪਰ ਸੈਂਡ ਕਰ ਰਹੇ ਹੋ ਉਹ ਮੇਲ ਆਈਡੀ ਤੁਹਾਡੀ ਆਪਣੀ ਹੋਣੀ ਚਾਹੀਦੀ ਹੈ, ਯਾਨੀ ਕਿ ਤੁਹਾਡੇ ਆਪ ਦੇ ਨੇਮ ਤੇ ਹੋਣੀ ਚਾਹੀਦੀ ਹੈ। This is to be done mandatory on the day of the examination within the stipulated time। ਯਾਨੀ ਕਿ ਉਸੇ ਦਿਨ 60 ਮਿੰਟ ਦੇ ਅੰਦਰ ਅੰਦਰ ਹੀ ਤੁਸੀਂ ਆਪਣਾ ਜਿਹੜਾ ਕੁਐਸਚਨ ਪੇਪਰ ਹੈ ਉਹ ਅਪਲੋਡ ਕਰਨਾ ਹੈ PDF ਬਣਾ ਕੇ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਇੰਸਟਰਕਸ਼ਨ ਦਿੱਤੀ ਹੈ ਕਿ ਅਗਰ ਤੁਸੀਂ ਈਮੇਲ ਤੇ PDF ਬਣਾ ਕੇ ਆਪਣਾ ਕੁਐਸਚਨ ਪੇਪਰ ਜਿਹੜਾ ਹੈ ਉਹ ਸਬਮਿਟ ਕਰਾਉਂਦੇ ਹੋ, ਲੇਕਿਨ ਫਿਰ ਵੀ ਜਿਹੜਾ ਹੈ ਤੁਸੀਂ ਆਪਣੇ ਜਿਹੜੇ 24 ਪੇਜਾਂ ਦੇ ਤੁਹਾਡੀ ਜਿਹੜੀ ਸ਼ੀਟ ਹੋਏਗੀਆਂ, 24 ਸ਼ੀਟਾਂ 20 ਸ਼ੀਟਾਂ ਹੋਣਗੀਆਂ, ਉਹਨਾਂ ਨੂੰ ਫਿਰ ਵੀ ਆਪਣੇ ਕੋਲ ਜਿਹੜਾ ਫਿਜ਼ੀਕਲ ਕਾਪੀ ਆਫ ਆਂਸਰ ਸ਼ੀਟ ਆਪਣੇ ਕੋਲ ਸੰਭਾਲ ਕੇ ਰੱਖਿਓ। ਘੱਟੋ ਘੱਟ 6 ਮਹੀਨੇ ਤੱਕ ਆਪਣੇ ਕੋਲ ਸੰਭਾਲ ਕੇ ਰੱਖੋ। ਈਵਨ ਮੈਂ ਇਹ ਕਹਾਂਗੀ ਕਿ ਜਦ ਤੱਕ ਤੁਹਾਡਾ ਰਿਜ਼ਲਟ ਨਹੀਂ ਆ ਜਾਂਦਾ ਤਦ ਤੱਕ ਤੁਸੀਂ ਉਹ ਚੀਜ਼ ਜਿਹੜੀ ਆਪਣੇ ਕੋਲ ਸੰਭਾਲ ਕੇ ਰੱਖਿਓ। ਇਸ ਤੋਂ ਇਲਾਵਾ ਆਲ ਇੰਪੋਰਟੈਂਟ ਅਨਾਊਂਸਮੈਂਟਸ ਦੇ ਰਿਗਾਰਡਿੰਗ ਜੋ ਵੀ ਅਨਾਊਂਸਮੈਂਟ ਹੁੰਦੀ ਹੈ, ਇਨਫੋਰਮੇਸ਼ਨ ਹੁੰਦੀ ਹੈ, ਨੋਟਿਸ ਆਉਂਦੇ ਨੇ, ਉਹ ਸਾਰਾ ਆਫੀਸ਼ੀਅਲ ਵੈਬਸਾਈਟ 'ਤੇ ਆਉਂਦਾ। ਸੋ ਸਿਰਫ ਆਫੀਸ਼ੀਅਲ ਵੈਬਸਾਈਟ ਨੂੰ ਹੀ ਕੰਸੀਡਰ ਕੀਤਾ ਜਾਵੇ। ਇਨ ਕੇਸ ਐਨੀ ਸਟੂਡੈਂਟ ਕਨਫਰਟ ਐਨੀ ਪ੍ਰੋਬਲਮ ਇਨ ਡਾਊਨਲੋਡਿੰਗ ਦ ਕੁਐਸਚਨ ਪੇਪਰ ਹੀ ਔਰ ਸ਼ੀ ਮੇ ਕਾਲ ਦ ਹੈਲਪਲਾਈਨ ਨੰਬਰ ਪ੍ਰੋਵਾਈਡਡ ਬਾਈ ਦੇਅਰ ਇੰਸਟੀਟਿਊਟ। ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਆਪਣੇ ਇੰਸਟੀਟਿਊਟ ਨਾਲ ਗੱਲ ਕਰ ਸਕਦੇ ਹੋ। ਸੋ ਇਹ ਗੱਲ ਹੋ ਗਈ ਜੀ ਮੇਨ ਰੈਗੂਲਰ ਸਟੂਡੈਂਟਸ ਦੀ ਕਿ ਉਹਨਾਂ ਨੇ ਆਪਣਾ ਕੁਐਸਚਨ ਪੇਪਰ ਜਿਹੜਾ ਕਿੱਥੋਂ ਡਾਊਨਲੋਡ ਕਰਕੇ ਕਿੱਥੇ ਸਬਮਿਟ ਕਰਨਾ ਹੈ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਪ੍ਰਾਈਵੇਟ USOL ਵਾਲੇ ਕੈਂਡੀਡੇਟਸ ਦੀ। ਹਾਂਜੀ, ਤਾਂ ਹੁਣ ਜਿਹੜੇ USOL ਯਾਨੀ ਕਿ ਪ੍ਰਾਈਵੇਟ ਰੀਪੇਅਰ ਡੈਫੀਸ਼ੀਐਂਟ ਐਡੀਸ਼ਨਲ ਸਬਜੈਕਟਸ ਵਾਲੇ ਸਟੂਡੈਂਟਸ ਹੈ ਉਹਨਾਂ ਦਾ ਕੀ ਕੁਝ ਕਰਨਾ? ਉਹਨਾਂ ਨੇ ਆਨਲਾਈਨ ਮੋਡ ਨਾਲ ਹੀ ਐਗਜ਼ਾਮਸ ਹੋਣਗੇ। ਇੰਪਰੂਵਮੈਂਟ ਦੇ ਜੋ ਐਗਜ਼ਾਮਸ ਹੈ ਉਹ ਬਾਅਦ ਦੇ ਵਿੱਚ ਹੋਣਗੇ, ਆਫਲਾਈਨ ਮੋਡ ਨਾਲ ਹੋਣਗੇ। ਡਾਊਨਲੋਡ ਐਡਮਿਟ ਕਾਰਡ ਤੁਸੀਂ ਕਿੱਥੋਂ ਡਾਊਨਲੋਡ ਕਰਨਾ ਹੈ? ਤੁਸੀਂ ਆਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਹੀ ਜਿਹੜਾ ਡਾਊਨਲੋਡ ਕਰਨਾ ਹੈ। ਉੱਥੇ ਜਾ ਕੇ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਬਾਕਸ ਹੈ ਉਹ ਤੁਸੀਂ ਉੱਥੇ ਦੇਖ ਰਹੇ ਹੋਵੋਗੇ। ਤੁਸੀਂ ਆਪਣਾ ਨੇਮ, ਫਾਦਰ ਨੇਮ, ਮਦਰ ਨੇਮ, ਡੇਟ ਆਫ ਬਰਥ, ਸਿਲੈਕਟ ਕਲਾਸ ਭਰ ਕੇ ਆਪਣਾ ਜਿਹੜਾ ਰਿਕਾਰਡ ਹੈ ਸਰਚ ਕਰ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ। ਐਨੀ ਇਸ਼ੂ ਕੈਂਡੀਡੇਟ ਇਜ਼ ਰਿਕੁਆਇਰਡ ਟੂ ਸੈਂਡ ਐਨ ਈਮੇਲ। ਅਗਰ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਇੱਥੇ ਜਿਹੜੀਆਂ ਨੇ 2 ਈਮੇਲਸ ਜਿਹੜੀਆਂ ਦਿੱਤੀਆਂ ਹੋਈਆਂ ਨੇ ugexam@pu.ac.in, ਨਾਲ ਹੀ ਇੱਥੇ ਅੱਗੇ ਜੀ pgexam@pu.ac.in। ਤੇ 2 ਜਿਹੜੀਆਂ ਨੇ ਇੱਥੇ ਦਿੱਤੀਆਂ ਹੋਈਆਂ ਨੇ। ਤੁਸੀਂ ਇਹਨਾਂ 'ਤੇ ਜਾ ਕੇ ਵੀ ਜਿਹੜੀ ਆਪਣੀ ਕੋਈ ਪ੍ਰੋਬਲਮ ਇੱਥੇ ਲਿਖ ਸਕਦੇ ਹੋ ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਡਾਊਨਲੋਡ ਕਰਨ ਦੇ ਵਿੱਚ। ਅਦਰਵਾਈਜ਼ ਆਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਇਹ ਡਾਟਾ ਫਿਲ ਕਰਕੇ ਤੁਸੀਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਲੈਣਾ ਹੈ। ਨਾਲ ਹੀ ਤੁਸੀਂ ਇੱਥੇ ਜਿਹੜੀ ਸਾਈਟ ਦੇਖ ਰਹੇ ਹੋਗੇ ਡੇਟ ਸ਼ੀਟ ਵਾਲੇ ਕਾਲਮ 'ਚ, ਇੱਥੇ ਜਾ ਕੇ ਤੁਸੀਂ ਆਪਣੀ ਡੇਟ ਸ਼ੀਟ ਦੇਖ ਲੈਣੀ ਹੈ। ਆਫੀਸ਼ੀਅਲ ਵੈਬਸਾਈਟ ਹੈ PU ਦੀ ਆਫੀਸ਼ੀਅਲ ਵੈਬਸਾਈਟ 'ਤੇ ਹੀ ਸਾਰੇ ਨੋਟਿਸ ਤੁਹਾਨੂੰ ਦੇਖਣੇ ਹੈ। ਟਾਈਮ ਸਲੋਟ ਵੀ ਜਿਹੜਾ ਤੁਹਾਡਾ ਸੇਮ ਰਹਿਣ ਵਾਲਾ ਹੈ, ਬਿਲਕੁਲ ਰੈਗੂਲਰ ਦੀ ਤਰ੍ਹਾਂ ਹੀ ਰਹੇਗਾ। ਕੁਐਸਚਨ ਪੇਪਰ ਕਿੱਥੋਂ ਡਾਊਨਲੋਡ ਕਰਨੇ ਆ ਉਹਦੇ ਲਈ ਵੀ ਜਿਹੜੀ ਸਾਈਟ ਹੈ ਉਹ ਬਿਲਕੁਲ ਸੇਮ ਰਹੇਗੀ। ਤੁਸੀਂ ਆਪ ਜਾ ਕੇ ਕੁਐਸਚਨ ਪੇਪਰ ਡਾਊਨਲੋਡ ਕਰਨੇ ਆ, ਤੁਹਾਨੂੰ ਕੋਈ ਮੇਲ ਵਗੈਰਾ ਨਹੀਂ ਆਉਣ ਵਾਲੀ। ਕੁਐਸਚਨ ਪੇਪਰ ਕਿੰਨੇ ਵਜੇ ਡਾਊਨਲੋਡ ਕਰ ਸਕਦੇ ਹੋ ਉਹ ਚੀਜ਼ ਵੀ ਤੁਹਾਡੀ ਰੈਗੂਲਰ ਦੇ ਨਾਲ ਬਿਲਕੁਲ ਸੇਮ ਰਹੇਗੀ। ਕਿਸ ਤਰ੍ਹਾਂ ਕੁਐਸਚਨ ਪੇਪਰ ਨੂੰ ਅਟੈਂਪਟ ਕਰਨਾ ਹੈ ਉਹ ਵੀ ਬਿਲਕੁਲ ਸੇਮ ਰਹੇਗਾ। ਕੋਈ ਐਕਸਟਰਾ ਤੋਂ ਇਨਫੋਰਮੇਸ਼ਨ ਨਹੀਂ ਹੈ, ਕੋਈ ਐਕਸਟਰਾ ਤੋਂ ਇੰਸਟਰਕਸ਼ਨ ਨਹੀਂ ਹੈ। ਜੋ ਕੁਐਸਚਨ ਪੇਪਰ ਦੇ ਉੱਤੇ ਲਿਖਿਆ ਹੋਇਆ, ਜਿਸ ਤਰ੍ਹਾਂ ਲਿਖਿਆ ਹੋਇਆ, ਜਿੰਨੇ ਟਾਈਮਲੀ ਲਿਖਿਆ ਹੋਇਆ, ਸਾਰਾ ਚੀਜ਼ ਤੁਹਾਡੀ ਉਵੇਂ ਹੀ ਰਹੇਗੀ। ਕਿੰਨੀ ਸ਼ੀਟਸ ਯੂਜ਼ ਕਰ ਸਕਦੇ ਹੋ? ਜਿਹੜੇ ਗ੍ਰੈਜੂਏਸ਼ਨ ਵਾਲੇ ਆ 20 ਤੇ ਜਿਹੜੇ ਪੋਸਟ ਗ੍ਰੈਜੂਏਸ਼ਨ ਵਾਲੇ ਆ 24 ਸ਼ੀਟਸ ਯੂਜ਼ ਕਰ ਸਕਦੇ ਆ। ਹੁਣ ਆ ਜਾਂਦਾ ਜੀ ਸਬਮਿਟ ਕਿੱਥੇ ਕਰਨਾ ਹੈ। ਮੇਨ ਜਿਹੜੀ ਇਹਦੇ ਵਿੱਚ ਗੱਲ ਹੈਗੀ ਹੈ, ਦੇਖੋ ਇੱਥੋਂ ਲਿਖਿਆ ਹੋਇਆ ਹੈ the answer sheet must only be uploaded at the university's examination portal। ਤਾਂ ਯੂਨੀਵਰਸਿਟੀ ਦਾ ਇੱਕ ਐਗਜ਼ਾਮੀਨੇਸ਼ਨ ਪੋਰਟਲ ਹੈ, ਤੁਹਾਨੂੰ ਉਸੇ ਪੋਰਟਲ 'ਤੇ ਆਪਣੀ ਜਿਹੜੀ ਸ਼ੀਟਸ ਹੈਗੀਆਂ ਨੇ ਉਹਦੀ PDF ਬਣਾ ਕੇ ਉੱਥੇ ਅਪਲੋਡ ਕਰਨੀਆਂ ਨੇ। ਕਿਹੜੀ ਪੋਰਟਲ ਹੈ? ਪੋਰਟਲ ਰਿਹਾ ਜੀ ਇਹ ਵਾਲਾ online.puexam.in। ਤਾਂ ਇਸ ਸਾਈਟ 'ਤੇ ਜਾ ਕੇ ਤੁਸੀਂ ਆਪਣਾ ਜਿਹੜੀ PDF ਕੁਐਸਚਨ ਪੇਪਰ ਦੀ ਉਹ ਸੈਂਡ ਕਰਨੀ ਹੈ।
नो अदर मोड ऑफ सबमिशन इज़ अलाउड। इस तो इलावा कोई अदर मोड नहीं है। हार्ड ਕਾਪੀ ਆਫ ਆਂਸਰ ਸ਼ੀਟ ਸ਼ੁੱਡ ਨਾਟ ਬੀ ਪੋਸਟਡ ਟੂ ਯੂਨੀਵਰਸਿਟੀ। ਅਕਸਰ ਹੀ ਇਹ ਹੁੰਦਾ ਹੈ ਕਿ ਪ੍ਰਾਈਵੇਟ ਵਾਲਿਆਂ ਨੇ, ਡਿਸਟੈਂਸ ਵਾਲਿਆਂ ਨੇ, USOL ਵਾਲਿਆਂ ਨੇ ਕਿ ਅਲੱਗ ਤੋਂ ਆਪਣੀ ਹਾਰਡ ਕਾਪੀ ਵੀ ਜਿਹੜੀ ਆ ਉੱਥੇ ਪੋਸਟ ਕਰਨੀ ਹੈ। ਨਹੀਂ, ਕੋਈ ਹਾਰਡ ਕਾਪੀ ਪੋਸਟ ਨਹੀਂ ਕਰਨੀ, ਤੁਸੀਂ ਵੀ ਆਨਲਾਈਨ ਹੀ ਸਬਮਿਟ ਕਰਨਾ ਹੈ। ਤੁਹਾਡੇ ਲਈ ਇੱਥੇ ਪੋਰਟਲ ਦਿੱਤਾ ਹੋਇਆ ਹੈ, ਇਸ ਪੋਰਟਲ ਤੇ ਜਾ ਕੇ ਤੁਸੀਂ ਆਪਣੀ ਆਂਸਰ ਸ਼ੀਟ ਨੂੰ ਸਬਮਿਟ ਕਰੋਗੇ। ਸਟੂਡੈਂਟ ਮਸਟ ਕੀਪ ਦ ਆਂਸਰ ਸ਼ੀਟ ਇਨ देयर ਪੋਜੈਸ਼ਨ। ਇਸ ਤੋਂ ਇਲਾਵਾ ਤੁਸੀਂ ਉਹ ਆਪਣੀ ਸ਼ੀਟਾਂ ਦੀ ਫਿਜ਼ੀਕਲ ਕਾਪੀ ਵੀ ਆਪਣੇ ਕੋਲ ਰੱਖੋਗੇ। ਘੱਟੋ ਘੱਟ 6 ਮਹੀਨੇ ਜਾਂ ਤੁਹਾਡਾ ਰਿਜ਼ਲਟ ਜਦ ਤੱਕ ਨਹੀਂ ਆਉਂਦਾ ਉਦੋਂ ਤੱਕ ਤੁਸੀਂ ਉਹਦੀ ਜਿਹੜੀ ਹੈਗੀ ਆਪਣੇ ਕੋਲ ਰੱਖੋਗੇ। ਟੂ ਅਪਲੋਡ ਦਾ ਆਂਸਰ ਸ਼ੀਟ ਦਾ ਸਟੂਡੈਂਟ ਵਿਲ ਮੇਕ ਅ ਸਿੰਗਲ PDF। ਤੁਸੀਂ ਸਿੰਗਲ PDF ਬਣਾਉਣੀ ਹੈ, ਉਹ ਸਿੰਗਲ PDF ਜਿਹੜੀ ਅਪਲੋਡ ਕਰ ਦੇਣੀ ਹੈ। ਉਸਦੇ ਲਈ ਇੱਕ ਡੈਮੋ ਵੀਡੀਓ ਤੁਹਾਨੂੰ ਪੋਰਟਲ ਤੇ ਮਿਲ ਜਾਏਗੀ। ਉਸੇ ਪੋਰਟਲ ਤੇ, ਸੇਮ ਪੋਰਟਲ ਤੇ ਤੁਹਾਨੂੰ ਇੱਕ ਡੈਮੋ ਵੀਡੀਓ ਵੀ ਮਿਲ ਜਾਏਗੀ। ਤੁਸੀਂ ਉਸ ਵੀਡੀਓ ਨੂੰ ਵੀ ਦੇਖ ਕੇ ਜਿਹੜਾ ਅਪਲੋਡ ਕਰ ਸਕਦੇ ਹੋ। ਜੋ ਤੁਹਾਨੂੰ ਆਂਸਰ ਸ਼ੀਟਸ ਅਪਲੋਡ ਕਰਨੀਆਂ ਨੇ ਉਹ PDF ਫਾਰਮ ਦੇ ਵਿੱਚ ਹੋਣੀ ਚਾਹੀਦੀ ਹੈ। ਉਹ JPG ਫਾਰਮ ਦੇ ਵਿੱਚ ਨਹੀਂ ਹੋਣੀ ਚਾਹੀਦੀ, ਯਾਨੀ ਫੋਟੋਆਂ ਦੇ ਫਾਰਮ ਦੇ ਵਿੱਚ ਨਹੀਂ ਹੋਣੀ ਚਾਹੀਦੀ, ਪੂਰੀ PDF ਹੋਣੀ ਚਾਹੀਦੀ ਹੈ। ਤੇ ਸਬਮਿਟ ਕਦੋਂ ਕਰਨਾ ਹੈ? ਜਦੋਂ ਹੀ ਤੁਹਾਡਾ ਐਗਜ਼ਾਮ ਫਿਨਿਸ਼ ਹੁੰਦਾ ਹੈ ਉਸ ਤੋਂ ਅਗਲੇ 60 ਮਿੰਟਸ ਦੇ ਅੰਦਰ ਅੰਦਰ ਤੁਸੀਂ ਆਪਣਾ ਜਿਹੜਾ ਹੈਗਾ ਉਹ ਸਬਮਿਟ ਕਰ ਦੇਣਾ, ਯਾਨੀ ਕਿ ਅਗਲੇ ਘੰਟੇ ਦੇ ਅੰਦਰ ਅੰਦਰ ਤੁਸੀਂ ਆਪਣੀ ਆਂਸਰ ਸ਼ੀਟਸ ਨੂੰ ਸਬਮਿਟ ਕਰ ਦੇਣਾ ਔਰ ਸੇਮ ਡੇ ਸਬਮਿਟ ਕਰਨਾ ਹੈ, ਮਾਰਨਿੰਗ ਵਾਲਿਆਂ ਨੇ ਵੀ ਔਰ ਈਵਨਿੰਗ ਵਾਲਿਆਂ ਨੇ ਵੀ। ਉਹਦੇ ਤੇ ਲਿਖਿਆ ਹੋਇਆ ਕਿ ਜਿੰਨੇ ਵੀ ਸਟੂਡੈਂਟਸ ਨੇ USOL ਪ੍ਰਾਈਵੇਟ ਐਡੀਸ਼ਨਲ ਡੈਫੀਸ਼ੀਐਂਟ ਰੀਪੇਅਰ ਸਟੂਡੈਂਟਸ ਵਿਲ ਕਲਿੱਕ ਔਨ ਦਾ ਅੰਡਰਟੇਕਿੰਗ। ਨੀਚੇ ਇੱਕ ਅੰਡਰਟੇਕਿੰਗ ਹੁੰਦੀ ਹੈ ਦੈਟ ਦੇ ਆਰ ਸਬਮਿਟਿੰਗ ਦਾ PDF ਫਾਈਲ ਆਫ ਦਾ ਆਂਸਰ ਸ਼ੀਟ ਐਂਡ ਵਿਲ ਕੀਪ ਦਾ ਹਾਰਡ ਕਾਪੀ ਆਫ ਦਾ ਸੇਮ ਇਨ देयर ਪੋਜੈਸ਼ਨ ਫॉर 6 ਮੰਥਸ। ਤਾਂ ਜਦੋਂ ਵੀ ਤੁਸੀਂ ਉੱਥੇ ਓਪਨ ਪੋਰਟਲ ਤੇ ਜਾਓਗੇ ਤਾਂ ਉੱਥੇ ਇੱਕ ਡਿਕਲੇਰੇਸ਼ਨ ਮੰਗੀ ਜਾਂਦੀ ਹੈ ਕਿ ਹਾਂ ਅਸੀਂ PDF ਦਿੱਤੀ ਹੈ, ਅਸੀਂ ਉਸ ਕਾਪੀ ਨੂੰ 6 ਮਹੀਨੇ ਤੱਕ ਆਪਣੇ ਕੋਲ ਸੰਭਾਲ ਕੇ ਵੀ ਰੱਖਾਂਗੇ। ਕ੍ਰੋਸ ਚੈੱਕ ਵੀ ਕੀਤਾ ਹੈ ਜੋ ਤੁਹਾਡੇ ਕੋਲ ਫਿਜ਼ੀਕਲ ਆਂਸਰ ਸ਼ੀਟ ਹੈਗੀ ਹੈ ਤੇ ਜਿਹੜੀ ਤੁਸੀਂ ਆਨਲਾਈਨ ਸਬਮਿਟ ਕੀਤੀ ਹੈ ਉਹਨਾਂ ਦੋਨਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਹੋਣਾ ਚਾਹੀਦਾ। ਤਾਂ ਉਹ ਸਾਰੀ ਚੀਜ਼ਾਂ ਡਿਕਲੇਰੇਸ਼ਨ ਨੂੰ ਬਸ ਤੁਸੀਂ ਇੱਕ ਕਲਿੱਕ ਹੀ ਕਰਨਾ ਹੁੰਦਾ, ਟਿਕ ਕਰਨਾ ਹੁੰਦਾ ਕਿ ਮੈਂ ਇਸ ਚੀਜ਼ ਨੂੰ ਐਗਰੀ ਕਰਦੀ ਹਾਂ। ਤੇ ਉਸ ਤੋਂ ਬਾਅਦ ਜਿੰਨੀਆਂ ਵੀ ਇੰਪੋਰਟੈਂਟ ਇਨਫੋਰਮੇਸ਼ਨ ਆਉਂਦੀਆਂ ਨੇ ਸਾਰੀਆਂ ਆਫੀਸ਼ੀਅਲ ਵੈਬਸਾਈਟਸ ਤੇ ਆਉਣਗੀਆਂ। ਅਗਰ ਫਿਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ, ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਇਸ ਪੋਰਟਲ ਤੇ ਜਿਹੜਾ ਜਾ ਕੇ ਚੈੱਕ ਕਰ ਸਕਦੇ ਹੋ। ਉੱਥੇ ਇੱਕ ਡੈਮੋ ਵੀਡੀਓ ਵੀ ਇਸ ਦੇ ਰਿਗਾਰਡਿੰਗ ਪਈ ਹੋਏਗੀ। ਤੇ ਇਹ ਸੀਗਾ ਜੀ ਕਿ USOL ਵਾਲੇ ਪ੍ਰਾਈਵੇਟ ਵਾਲਿਆਂ ਨੇ ਆਪਣੀ ਜਿਹੜੀ ਹੈ ਸਬਮਿਟ ਕਿੱਥੇ ਕਰਨਾ ਹੈ, ਪੋਰਟਲ ਦਿੱਤਾ ਹੋਇਆ, ਇਸ ਪੋਰਟਲ ਤੇ ਤੁਹਾਨੂੰ ਜਾ ਕੇ ਆਪਣੀ ਆਂਸਰ ਸ਼ੀਟ ਸਬਮਿਟ ਕਰ ਦੇਣੀ ਹੈ। ਬਾਕੀ ਸਾਰੀਆਂ ਚੀਜ਼ਾਂ ਤੁਹਾਡੀ ਰੈਗੂਲਰ ਦੇ ਵਾਂਗ ਸੇਮ ਹੀ ਰਹਿਣਗੀਆਂ। ਹਾਂਜੀ, ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਸਪੈਸੀਮਨ ਕਾਪੀ ਤੇ ਇਹਦੇ ਵਿੱਚ ਇਸ ਤਰ੍ਹਾਂ ਪਹਿਲਾ ਬਾਕਸ ਹੈ ਜਿਹਦੇ ਵਿੱਚ ਤੁਸੀਂ ਐਗਜ਼ਾਮੀਨੇਸ਼ਨ ਕਲਾਸ ਤੁਹਾਡੇ ਵਿੱਚ ਮੈਂਸ਼ਨ ਕਰੋਗੇ, ਫਿਰ ਸਬਜੈਕਟ ਮੈਂਸ਼ਨ ਕਰੋਗੇ। ਲਾਈਕ ਤੁਹਾਡੀ ਕਲਾਸ ਹੈਗੀ BA, ਤੁਹਾਡਾ ਸਬਜੈਕਟ ਮੰਨ ਲਓ ਹਿਸਟਰੀ ਹੈ। ਪੇਪਰ ਤੁਹਾਡਾ ਉਸ ਦਿਨ ਕਿਸ ਸਬਜੈਕਟ ਦਾ ਹੈ, ਆਪਸ਼ਨ ਕਿਹੜਾ ਉਸਦੇ ਵਿੱਚ, ਮੀਡੀਅਮ, ਡੇਟ, ਟੋਟਲ ਨੰਬਰ ਆਫ ਸ਼ੀਟਸ ਤੁਸੀਂ ਇੱਥੇ ਮੈਂਸ਼ਨ ਕਰ ਦਿਓਗੇ। ਟੋਟਲ ਨੰਬਰ ਤੁਹਾਡਾ ਰੋਲ ਨੰਬਰ ਆ ਜਾਏਗਾ, ਐਗਜ਼ਾਮੀਨੇਸ਼ਨ ਫਿਰ ਤੋਂ ਆ ਜਾਏਗਾ। ਤਾਂ ਸਾਰੀ ਇਨਫੋਰਮੇਸ਼ਨ ਤੁਸੀਂ ਇੱਥੇ ਮੈਂਸ਼ਨ ਕਰ ਦਿਓਗੇ। ਤਾਂ ਇਹ ਜਿਹੜਾ ਨੀਚੇ ਇਵੈਲੂਏਸ਼ਨ ਵਾਲਾ ਬਾਕਸ ਹੈ ਜੀ ਇਹ ਤੁਸੀਂ ਫਿਲ ਨਹੀਂ ਕਰਨਾ, ਤੁਸੀਂ ਸਿਰਫ ਉੱਪਰ ਵਾਲਾ ਫਿਲ ਕਰਨਾ ਹੈ। ਇਵੈਲੂਏਸ਼ਨ ਵਾਲਾ ਬਾਕਸ ਤੁਸੀਂ ਫਿਲ ਨਹੀਂ ਕਰਨਾ। ਤੇ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਇਹ ਹੈਗੀ ਹੈ ਜੀ ਸ਼ੀਟਸ। ਤੇ ਇਹ ਸਾਰੀਆਂ ਸ਼ੀਟਸ ਹੈਗੇ ਨੇ। ਇਸ ਤਰ੍ਹਾਂ ਤੁਸੀਂ ਇਹ ਸ਼ੀਟਸ ਵਾਲੇ ਨੂੰ ਪ੍ਰਿੰਟ ਆਊਟ ਨਿਕਾਲ ਲਓ ਤੇ ਪ੍ਰਿੰਟ ਆਊਟ ਨਿਕਲਵਾ ਕੇ ਜਿਹੜਾ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ। ਤੇ ਹਰ ਇੱਕ ਪੇਜ ਤੇ ਦੇਖੋ ਆਲਰੇਡੀ ਇਹਨਾਂ ਨੇ ਨੰਬਰਿੰਗ ਕਰ ਰੱਖੀ ਹੈ ਤਾਂ ਤੁਹਾਨੂੰ ਐਕਸਟਰਾ ਤੋਂ ਨੰਬਰਿੰਗ ਕਰਨ ਦੀ ਲੋੜ ਨਹੀਂ ਹੈ। ਇਹ ਰਹੀ ਜੀ ਸਾਰੀ ਜਿਹੜੀ ਹੈ ਇਨਫੋਰਮੇਸ਼ਨ ਹੈ। ਇੱਕ ਹਾਂ ਇਹਦੇ ਵਿੱਚ ਕੁਐਸਚਨ ਸੀਗਾ ਜੀ ਕੈਮਰਾ ਔਨ ਵਾਲਾ, ਇੱਦਾਂ ਦੀ ਕੋਈ ਵੀ ਇੰਸਟਰਕਸ਼ਨਸ ਦੇ ਵਿੱਚ ਗੱਲ ਮੈਂਸ਼ਨ ਨਹੀਂ ਹੈਗੀ। ਸੋ ਇਹਦੇ ਵਿੱਚ ਕੋਈ ਵੀ ਇੱਦਾਂ ਦਾ ਇਸ ਵਾਰ ਨਹੀਂ ਹੈ ਕਿ ਕੋਈ ਕੈਮਰਾ ਔਨ ਵਗੈਰਾ ਇਹਦੇ ਵਿੱਚ ਮੈਂਸ਼ਨ ਨਹੀਂ ਹੈ। ਸੋ ਸਿੰਪਲ ਆਨਲਾਈਨ ਜਿਹੜੇ ਤੁਹਾਡੇ ਐਗਜ਼ਾਮਸ ਹੋਣਗੇ ਜਿਵੇਂ ਅੱਜ ਤੱਕ ਹੁੰਦੇ ਆਏ ਨੇ, ਤੁਸੀਂ ਆਪਣਾ ਘਰੇ ਬੈਠ ਕੇ ਆਪਣਾ ਜਿਹੜਾ ਕੁਐਸਚਨ ਪੇਪਰ ਦੇ ਉਹ ਦੇਖ ਕੇ ਸਾਰੇ ਆਂਸਰ ਸ਼ੀਟਸ ਜਿਹੜੀਆਂ ਨੇ ਉਹ ਫਿਲ ਕਰਨੀਆਂ ਨੇ। ਉਸ ਤੋਂ ਬਾਅਦ ਉਹਦੀ PDF ਬਣਾ ਕੇ ਅਪਲੋਡ ਕਰ ਦੇਣੀਆਂ ਨੇ। ਬਸ ਇੰਨਾ ਕੀ ਹੈ ਜੀ ਇਹਦੇ ਵਿੱਚ। ਤੇ ਸਪੈਸੀਮੈਨ ਜਿਹੜੀਆਂ ਨਾਲ ਉਹਨਾਂ ਨੇ ਦੇ ਦਿੱਤੀ ਹੈ ਸ਼ੀਟਸ ਦੀ, ਤੁਸੀਂ ਉਹਨਾਂ ਨੂੰ ਪ੍ਰਿੰਟ ਆਊਟ ਨਿਕਲਵਾ ਸਕਦੇ ਹੋ। ਇਹ ਸੀ ਜਿਹੜੀ ਸਾਰੀ ਇੰਸਟਰਕਸ਼ਨ ਜੋ ਵੀ ਐਗਜ਼ਾਮਸ ਜਿਹੜੇ 24 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਉਹਨਾਂ ਸਾਰਿਆਂ ਦੇ ਰਿਗਾਰਡਿੰਗ। ਆਈ ਹੋਪ ਤੁਹਾਨੂੰ ਡਿਟੇਲ ਦੇ ਵਿੱਚ ਸਮਝ ਆਇਆ ਹੋਏਗਾ। ਜੇ ਫਿਰ ਵੀ ਤੁਹਾਡਾ ਕੋਈ ਦਿੱਕਤ ਹੈ, ਕੋਈ ਪੁਆਇੰਟ ਨਹੀਂ ਸਮਝ ਆ ਰਿਹਾ ਜਾਂ ਪਤਾ ਨਹੀਂ ਚੱਲ ਰਿਹਾ ਤਾਂ ਤੁਸੀਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ। ਤੁਹਾਡੇ ਸਾਰੇ ਡਾਊਟਸ ਹੀ ਕਲੀਅਰ ਕੀਤੇ ਜਾਣਗੇ। ਆਈ ਹੋਪ ਇਨਫੋਰਮੇਸ਼ਨ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਭ ਤੱਕ ਇਨਫੋਰਮੇਸ਼ਨ ਪਹੁੰਚ ਜਾਏ ਤੇ ਸਾਰਿਆਂ ਦੇ ਡਾਊਟਸ ਕਲੀਅਰ ਹੋ ਜਾਣ ਕਿ ਕਿਸ ਤਰ੍ਹਾਂ ਐਗਜ਼ਾਮਸ ਜਿਹੜੇ ਕੰਡਕਟ ਕਰਨੀ ਹੈ, ਕਿੱਥੋਂ ਕੁਐਸਚਨ ਪੇਪਰ ਡਾਊਨਲੋਡ ਕਰਨਾ ਹੈ। ਇਸ ਤੋਂ ਇਲਾਵਾ ਆਨਲਾਈਨ ਐਗਜ਼ਾਮਸ ਕਿਸ ਤਰ੍ਹਾਂ ਹੁੰਦੇ ਹਨ ਇਸ ਦੇ ਰਿਗਾਰਡਿੰਗ ਬਹੁਤ ਸਾਰੀ ਵੀਡੀਓਜ਼ ਜਿਹੜੀ ਆਪਣੇ ਚੈਨਲ ਤੇ ਆਲਰੇਡੀ ਪਈਆਂ ਹੋਈਆਂ ਨੇ। ਤੁਹਾਨੂੰ ਆਈ ਬਟਨ ਤੇ ਕਲਿੱਕ ਕਰਕੇ ਪਲੇਲਿਸਟ ਜਿਹੜੀ ਮਿਲ ਜਾਏਗੀ ਤੇ ਉਸ ਪਲੇਲਿਸਟ ਦੇ ਵਿੱਚੋਂ ਵੀ ਤੁਸੀਂ ਸਾਰੀ ਜਿਹੜੀ ਚੀਜ਼ਾਂ ਦੇਖ ਸਕਦੇ ਹੋ। ਉਹਦੇ ਆਨਲਾਈਨ ਐਗਜ਼ਾਮ ਸ਼ੁਰੂ ਹੋਏ ਆ, ਆਪਣਾ ਚੈਨਲ ਉਦੋਂ ਤੋਂ ਹੀ ਇਹਨਾਂ ਸਾਰੀ ਚੀਜ਼ਾਂ ਦੇ ਨਾਲ ਜੁੜਿਆ ਹੋਇਆ। ਸੋ ਇਸ ਦੇ ਰਿਗਾਰਡਿੰਗ ਤੁਹਾਨੂੰ ਸਾਰੀਆਂ ਹੀ ਜਿਹੜੀਆਂ ਨੇ ਵੀਡੀਓਜ਼ ਮਿਲ ਜਾਣਗੀਆਂ। ਤੁਸੀਂ ਕਮੈਂਟਸ ਕਰਕੇ ਵੀ ਆਪਣੇ ਡਾਊਟਸ ਜਿਹੜੇ ਕਲੀਅਰ ਕਰਵਾ ਸਕਦੇ ਹੋ। ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰਿਆ ਕਰੋ ਕਿਉਂਕਿ ਲੇਟੈਸਟ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਟੈਲੀਗ੍ਰਾਮ ਚੈਨਲ ਤੇ ਹੀ ਮਿਲਦੀ ਹੈ। ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।